ਸਤਿ ਸ਼੍ਰੀ ਅਕਾਲ ਜੀ। ਸੁਪਰ ਪੰਜਾਬ ਦੇ ਵਿੱਚ ਸੁਪਰ ਥੋਟ ਪ੍ਰੋਗਰਾਮ ਦੌਰਾਨ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਸੋ ਦੋਸਤੋ, ਅੱਜ ਮੈਂ ਤੁਹਾਡੇ ਨਾਲ ਇੱਕ ਇਨਸੀਡੈਂਟ ਸਾਂਝਾ ਕਰਨ ਜਾ ਰਿਹਾ। ਸੋ ਇਨਸੀਡੈਂਟ ਬੜਾ ਹੀ ਇੱਕ ਰੋਮਾਂਚਕ ਹੈ ਤੇ ਉਸ ਇਨਸੀਡੈਂਟ ਨੂੰ ਵੇਖ ਕੇ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਦੇ ਮੰਤਰੀ ਦੇ, ਇੱਕ ਬਹੁਤ ਵੱਡੇ ਮੰਤਰੀ ਦੇ ਹੰਕਾਰ ਦੀ ਜੋ ਪਿਕਚਰ ਆ ਉਹ ਸਾਹਮਣੇ ਆਉਂਦੀ ਆ। ਸੋ ਮੈਂ ਦੱਸਣਾ ਚਾਹੁੰਦਾ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਪੱਛਮੀ ਬੰਗਾਲ ਦੇ ਦੌਰੇ ਕਰਦੇ ਪਏ ਨੇ। ਨਰਿੰਦਰ ਮੋਦੀ ਵੀ ਆਪਾਂ ਨੂੰ ਵੇਖਿਆ ਕਿ ਪ੍ਰਧਾਨ ਮੰਤਰੀ ਜੀ ਵੀ ਸਾਰੇ ਜਿੱਥੇ 5 ਸੂਬਿਆਂ ਦੇ ਵਿੱਚ ਵੋਟਾਂ ਨੇ, ਚਾਹੇ ਕਰਨਾਟਕ ਦੀ ਗੱਲ ਕਰ ਲਈਏ, ਅਸਾਮ ਦੀ ਗੱਲ ਕਰ ਲਈਏ, ਚਾਹੇ ਆਪਾਂ ਵੈਸਟ ਬੰਗਾਲ ਦੀ ਗੱਲ ਕਰ ਲਈ, ਸੋ ਸਾਰੇ ਕਿਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਵੱਲੋਂ ਜਾ ਕੇ ਰੈਲੀਆਂ ਨੂੰ ਸੰਬੋਧਨ ਕੀਤਾ ਜਾ ਰਿਹਾ। ਸੋ ਇਸੇ ਦੌਰਾਨ ਪੱਛਮੀ ਬੰਗਾਲ ਦੇ ਵਿੱਚ ਅਮਿਤ ਸ਼ਾਹ ਜੀ ਪਹੁੰਚੇ ਤੇ ਉੱਥੇ ਪਹੁੰਚ ਕੇ ਅੱਜ ਉਹਨਾਂ ਨੇ ਇੱਕ ਰੋਡ ਸ਼ੋਅ ਕੀਤਾ ਨੰਦੀਗ੍ਰਾਮ ਦੇ ਵਿੱਚ। ਰੋਡ ਸ਼ੋਅ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਤੇ ਪ੍ਰੈਸ ਕਾਨਫਰੰਸ ਦੌਰਾਨ ਇੱਕ ਸੀਨ ਵੇਖਣ ਨੂੰ ਮਿਲਿਆ। ਸੋ ਸਭ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। चलिए बस अब भाई शांति कर दो पीछे। भाई शांति शांति करो थोड़ा पीछे। ए हीरो कौन फोन कर रहा है पीछे? राजेश इसको बंद कराओ, ये बंद कराओ। बस अब भाई शांति कर दो पीछे। भाई शांति शांति करो थोड़ा पीछे। ए हीरो कौन फोन कर रहा है पीछे? राजेश इसको बंद कराओ, ये बंद कराओ। ਸੋ ਦੋਸਤੋ, ਤੁਸੀਂ ਵੇਖਿਆ ਹੋਣੀ ਕਿ ਅਮਿਤ ਸ਼ਾਹ ਦੇ ਨਾਲ ਇੱਕ ਮੰਤਰੀ ਬੈਠੇ ਨੇ, ਇੱਕ ਭਾਜਪਾ ਦੇ ਆਗੂ ਬੈਠੇ ਨੇ ਜੋ ਪੱਤਰਕਾਰਾਂ ਨਾਲ ਕਿਸ ਤਰ੍ਹਾਂ ਵਿਵਹਾਰ ਕਰਦੇ ਪਏ ਆ। ਤੁਸੀਂ ਉਹਨਾਂ ਦੀ ਵਰਡਿੰਗ ਸੁਣੋ ਕਿ ਉਹ ਹੀਰੋ ਇਸੇ ਬੰਦ ਕਰਾ। ਲਾਈਕ ਉਹਨਾਂ ਦੀ ਬੋਲਣੀ ਵਿੱਚੋਂ, ਉਹਨਾਂ ਦੇ ਲਹਿਜੇ ਵਿੱਚੋਂ ਪੂਰਾ ਦਾ ਪੂਰਾ ਹੰਕਾਰ ਝਲਕਦਾ ਹੈਗਾ। ਸਮਝ ਗਏ, ਨੇਤਾ ਦਾ ਰੁਤਬਾ ਬਹੁਤ ਵੱਡਾ ਹੁੰਦਾ। ਤੁਸੀਂ ਸੈਂਟਰ ਗੌਰਮੈਂਟ ਦੇ ਵਿੱਚ ਬੈਠੇ, ਰੁਤਬਾ ਬਹੁਤ ਵੱਡਾ ਹੈ, ਪਰ ਲੋਕਾਂ ਨੇ ਚੁਣ ਕੇ ਤੁਹਾਨੂੰ ਸੈਂਟਰ ਦੇ ਵਿੱਚ ਭੇਜਿਆ, ਲੋਕਾਂ ਨੇ ਚੁਣ ਕੇ ਤੁਹਾਨੂੰ ਇਸ ਅਹੁਦਿਆਂ ਤੇ ਬਿਠਾਇਆ। ਸੋ ਇਸ ਲਈ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਜਿਹੜਾ ਉਹਨਾਂ ਦਾ ਬੋਲਣ ਦਾ ਢੰਗ ਹੈ ਉਹ ਸਿਰਫ ਦਾ ਸਿਰਫ ਉਹਦੇ ਵਿੱਚੋਂ ਹੰਕਾਰ ਝਲਕਦਾ, ਉਦੋਂ ਇਲਾਵਾ ਕੁਛ ਨਹੀਂ। ਹੁਣ ਜੀ ਅਮਿਤ ਸ਼ਾਹ ਜੀ ਆਪਣਾ ਪ੍ਰੈਸ ਕਾਨਫਰੰਸ ਦੇ ਆਪਣਾ ਭਾਸ਼ਣ ਸ਼ੁਰੂ ਕਰਦੇ ਆ। ਸੋ ਭਾਸ਼ਣ ਦੇ ਵਿੱਚ ਇੱਕ ਚੀਜ਼ ਅਹਿਮ ਨਿਕਲ ਕੇ ਸਾਹਮਣੇ ਆਉਂਦੀ ਆ। ਮੈਂ ਖੈਰ ਦੋ ਚੀਜ਼ਾਂ ਦੀ ਗੱਲ ਕਰਾਂਗਾ। ਪਹਿਲੀ ਚੀਜ਼ ਤਾਂ ਇਹ ਹੈ ਕਿ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਮੈਂ ਨੰਦੀਗ੍ਰਾਮ ਦੇ ਵਿੱਚ ਰੋਡ ਸ਼ੋਅ ਕੀਤਾ ਤੇ ਲੋਕਾਂ ਦਾ ਜਿਹੜਾ ਉਭਾਰ ਸੀਗਾ, ਉਹਦਾ ਰੁਝਾਨ ਸੀ ਉਹ ਭਾਜਪਾ ਦੇ ਲਈ ਸੀ। ਇਸ ਕਰਕੇ ਭਾਜਪਾ ਦੀ ਜਿੱਤ ਨੰਦੀਗ੍ਰਾਮ ਦੇ ਵਿੱਚ ਵੱਡੇ ਮਾਰਜਨ ਨਾਲ ਲਾਜ਼ਮੀ ਹੈ ਇੱਥੇ। ਉਹ ਕਹਿੰਦੇ ਮੈਨੂੰ ਯਕੀਨ ਹੈ ਕਿ ਇੱਥੇ ਪੱਛਮੀ ਬੰਗਾਲ ਦੇ ਵਿੱਚ ਭਾਜਪਾ ਦੀ ਹੀ ਜਿੱਤ ਹੋਵੇਗੀ। ਨਾਲ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸੋਚ ਇਹ ਹੈ ਜੋ ਲੋਕਾਂ ਦੀ ਸੋਚ ਹੈ, ਤੇ ਲੋਕੀ ਇਹ ਸੋਚਦੇ ਆ ਕਿ ਮਮਤਾ ਬੈਨਰਜੀ ਨੂੰ ਹਟਾਉਣਾ ਯਾਨੀ ਕਿ ਪੱਛਮੀ ਬੰਗਾਲ ਦਾ ਵਿਕਾਸ ਕਰਨਾ ਹੈ। ਹੁਣ ਵਿਕਾਸ ਕਿਹੜਾ? ਹੁਣ ਆਪਾਂ ਅੱਗੇ ਚੱਲਦੇ, ਵਿਕਾਸ ਕਿਹੜਾ? ਉਸ ਤੋਂ ਬਾਅਦ ਉਹਨਾਂ ਨੇ ਗੱਲ ਕੀਤੀ ਹੈ ਕਿ ਮਮਤਾ ਬੈਨਰਜੀ ਜਿੱਥੇ ਉਹ ਰੈਸਟ ਕਰਦੇ ਨੇ, ਜਿੱਥੇ ਉਹ ਰਹਿੰਦੇ ਨੇ, ਉੱਥੋਂ ਥੋੜ੍ਹੀ ਜਿਹੀ ਦੂਰ, ਥੋੜ੍ਹੀ ਜਿਹੀ ਵਾਰਡ 'ਤੇ ਇੱਕ ਬਲਾਤਕਾਰ ਦਾ ਕੇਸ ਸਾਹਮਣੇ ਆਇਆ, ਇੱਕ ਉੱਥੇ ਬਲਾਤਕਾਰ ਹੋਇਆ। ਸੋ ਇਸ ਗੱਲ 'ਤੇ ਉਹਨਾਂ ਨੇ ਇੱਕ ਕਿਹਾ ਕਿ ਜਿਹੜਾ ਬਲਾਤਕਾਰ ਹੋਇਆ ਉਹ ਮਮਤਾ ਬੈਨਰਜੀ ਦੇ ਰਾਜ ਦੇ ਵਿੱਚ ਹੋਇਆ। ਸੋ ਉਹਨਾਂ ਦਾ ਪੱਛਮੀ ਬੰਗਾਲ ਦੇ ਵਿੱਚ ਕੰਟਰੋਲ ਨਹੀਂ ਹੈ, ਇਸ ਕਰਕੇ ਸਾਰਾ ਕੁਝ ਹੋਇਆ। ਸੋ ਬੇਸ਼ੱਕ ਇੱਕ ਇਹੋ ਜਿਹੀ ਘਟਨਾ ਹੋਣੀ ਇੱਕ ਨਿੰਦਣਯੋਗ ਹੈ, ਇਹੋ ਜਿਹੀ ਘਟਨਾ ਨਹੀਂ ਹੋਣੀ ਚਾਹੀਦੀ, ਔਰ ਇਹੋ ਜਿਹੀ ਘਟਨਾ ਕਰਨ ਵਾਲੇ ਨੂੰ ਸਜ਼ਾ ਵੀ ਪੂਰਨ ਤੌਰ 'ਤੇ ਜੋ ਸਹੀ ਵਾਜਬ ਬਣਦੀ ਉਹ ਮਿਲਣੀ ਵੀ ਚਾਹੀਦੀ ਆ, ਪਰ ਜਲਦੀ। ਸੋ ਬਟ ਉਦੋਂ ਨਾਲ ਉਹਨਾਂ ਨੇ ਇਹ ਕਿਹਾ ਕਿ ਲੋਕਤੰਤਰ ਦੀ ਹੱਤਿਆ, ਜੇ ਉਹ ਜੋ ਵੀ ਕੁਛ ਕਿਹਾ। ਸੋ ਇੱਥੇ ਮੈਂ ਇੱਕ ਗੱਲ ਹੋਰ ਸਾਂਝੀ ਕਰਨਾ ਚਾਹੁੰਦਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਵੀ ਭਾਜਪਾ ਪਾਰਟੀ ਆ। ਯੋਗੀ ਆਦਿੱਤਿਆਨਾਥ ਜੀ ਉੱਥੇ ਰਾਜ ਸਿੰਘਾਸਨ 'ਤੇ ਵਿਰਾਜਮਾਨ ਨੇ। ਸੋ ਉੱਥੇ ਜਦੋਂ ਬਲਾਤਕਾਰ ਹੋਇਆ ਸੀ ਇੱਕ ਲੜਕੀ ਦਾ, ਸਾਨੂੰ ਯਾਦ ਹੋਊਗਾ ਇੱਕ ਬਲਾਤਕਾਰ ਹੋਇਆ ਸੀ ਉੱਥੇ ਇੱਕ ਲੜਕੀ ਦਾ, ਉਸ ਬਲਾਤਕਾਰ ਨੂੰ ਲੈ ਕੇ ਕਿੰਨਾ ਇਸ਼ੂ ਖੜਾ ਹੋਇਆ ਸੀ ਉੱਥੇ। ਈਵਨ ਕਿ ਪ੍ਰੈਸ ਵਾਲਿਆਂ ਨੂੰ ਵੀ ਜਾਣ ਦਾ ਉੱਥੇ ਇਜਾਜ਼ਤ ਨਹੀਂ ਦਿੱਤੀ ਗਈ ਸੀਗੀ ਉੱਤਰ ਪ੍ਰਦੇਸ਼ ਦੀ ਸਰਕਾਰ ਵੱਲੋਂ। ਔਰ ਉਦੋਂ ਬਾਅਦ ਜਿਹੜੇ ਉਹਦੇ ਦੋਸ਼ੀ ਸੀ ਉਹਨਾਂ ਬਾਰੇ ਕੁਛ ਨਿਊਜ਼ ਵੀ ਸਾਹਮਣੇ ਨਹੀਂ ਆਈ, ਕੁਛ ਉਹਨਾਂ ਦਾ ਹੋਇਆ ਵੀ ਨਹੀਂ।
ਸੋ ਉੱਥੇ ਤਾਂ ਭਾਜਪਾ ਹੀ ਸਰਕਾਰ ਸੀ। ਕੀ ਉੱਥੇ ਲੋਕਤੰਤਰ ਦੀ ਹੱਤਿਆ ਨਹੀਂ ਸੀ? ਕੀ ਉੱਥੇ ਲੋਕਾਂ ਦੀ ਇੱਜ਼ਤ ਨਹੀਂ ਲੁੱਟੀ ਜਾਂਦੀ ਸੀਗੀ? ਸੋ ਇਹੋ ਜਿਹੀਆਂ ਘਟਨਾਵਾਂ ਤੇ ਨਿੰਦਣਯੋਗ ਘਟਨਾਵਾਂ ਤੇ ਸਿਆਸਤ ਖੇਡਣਾ, ਕੀ ਇਹ ਸਿਆਸੀ ਲੋਕਾਂ ਦਾ ਇਹ ਰਾਸਤਾ ਬਣ ਚੁੱਕਿਆ ਕਿ ਹੁਣ ਸਿਆਸੀ ਲੋਕ ਇਹੋ ਜਿਹੀ ਘਟਨਾ ਤੇ ਹੀ ਸਿਆਸਤ ਖੇਡਣਗੇ? ਸੋ ਜਦੋਂ ਦੀ ਭਾਜਪਾ ਸਰਕਾਰ ਆਈ ਹੈ, ਮੈਂ ਗੱਲ ਕਰ ਲਾਂ ਕਿ ਫਸਟ ਟੈਨਿਓਰ ਦੀ, ਜਦੋਂ ਮਨਮੋਹਨ ਸਿੰਘ ਤੋਂ ਬਾਅਦ ਭਾਜਪਾ ਦੀ ਸਰਕਾਰ ਆਈ ਹੈ, ਇਹ ਅੰਦੋਲਨ ਦਾ ਦੌਰ, ਅਣਸੁਖਾਵੀਆਂ ਘਟਨਾਵਾਂ, ਇਹ ਵੋਟਾਂ ਤੋਂ ਪਹਿਲਾਂ ਹੀ ਕਿਉਂ ਹੁੰਦੀਆਂ ਨੇ? ਮੋਦੀ ਸਾਹਿਬ ਦਾ ਦੂਸਰੇ ਟੈਨਿਓਰ ਦੇ ਵਿੱਚ ਸੱਤਾ ਦੇ ਵਿੱਚ ਆਉਣਾ, ਉਦੋਂ ਪਹਿਲਾਂ ਘਟਨਾ ਦਾ ਹੋਣਾ, ਆਤੰਕਵਾਦੀ ਘਟਨਾ ਦਾ ਹੋਣਾ। ਹੁਣ ਵੀ ਜਿੱਥੇ ਜਿੱਥੇ ਚੋਣਾਂ ਨੇੜੇ ਆਈ ਜਾਂਦੀਆਂ ਉੱਥੇ ਘਟਨਾਵਾਂ ਦਾ ਹੋਣਾ। ਚਾਹੇ ਪੰਜਾਬ ਦੀ ਗੱਲ ਕਰ ਲਈਏ, ਮਲੋਟ ਵਿਖੇ ਹੋਈ। ਇਹ ਜਦੋਂ ਚੋਣਾਂ ਆਉਂਦੀਆਂ ਕਿ ਇਹੋ ਜਿਹੀਆਂ ਘਟਨਾਵਾਂ ਹੋਣੀਆਂ ਇਹ ਜ਼ਰੂਰੀ ਹੋ ਜਾਂਦੀਆਂ ਸਿਆਸੀ ਲੋਕਾਂ ਲਈ। ਸੋ ਇਹ ਬੜਾ ਵੱਡਾ ਸਵਾਲ ਹੈ ਤੇ ਇਸ ਸਵਾਲ ਨੂੰ ਸਮਝਣਾ, ਇਸ ਗੁੱਥੀ ਨੂੰ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਗੁੱਥੀਆਂ ਜਿਹੜੀਆਂ ਹੈਗੀਆਂ, ਜਿੰਨੀ ਤੀਕਰ ਅਸੀਂ ਇਹਨਾਂ ਨੂੰ ਸਮਝਾਂਗੇ ਨਹੀਂ, ਅਸੀਂ ਆਪਦਾ ਭਵਿੱਖ ਨਹੀਂ ਓਨੀ ਦੇਰ ਉਜਾਗਰ ਕਰ ਸਕਾਂਗੇ, ਉਹ ਭਵਿੱਖ ਆਪਣਾ ਬਣਾ ਨਹੀਂ ਸਕਾਂਗੇ। ਸੋ ਇੱਥੇ ਮੈਂ ਤੁਹਾਡੇ ਨਾਲ ਆਹੀ ਗੱਲ ਸਾਂਝੀ ਕਰਨੀ ਸੀ ਕਿ ਅਮਿਤ ਸ਼ਾਹ ਦਾ ਜੋ ਅੱਜ ਉਹਨਾਂ ਦਾ ਵਿਵਹਾਰ ਸੀ, ਉਹਨਾਂ ਦਾ ਭਾਸ਼ਣ ਸੀ, ਜਾਂ ਉਹਨਾਂ ਦੇ ਖੱਬੇ ਪਾਸੇ ਬੈਠੇ ਜਿਹੜੇ ਉਹਨਾਂ ਦੇ ਮੰਤਰੀ ਸੀ, ਉਹਨਾਂ ਦੀ ਲੈਂਗੁਏਜ ਸੀ, ਉਹ ਸਿਰਫ ਦਾ ਸਿਰਫ ਹੰਕਾਰ ਉਹਦੇ ਵਿੱਚੋਂ ਝਲਕਦਾ, ਉਸ ਤੋਂ ਬਾਅਦ ਕੁਛ ਨਹੀਂ। ਦੂਜੀ ਗੱਲ, ਅਮਿਤ ਸ਼ਾਹ ਜੀ ਉੱਤਰ ਪ੍ਰਦੇਸ਼ ਦੇ ਵਿੱਚ ਹੀ ਬਲਾਤਕਾਰ ਹੋਇਆ ਸੀ, ਪਤਾ ਨਹੀਂ ਹੋਰ ਕਿੰਨੀਆਂ ਸਟੇਟਾਂ ਦੇ ਵਿੱਚ ਇਹੋ ਜਿਹੀਆਂ ਅਣਸੁਖਾਵੀਆਂ ਘਿਣਾਉਣੀਆਂ ਹਰਕਤਾਂ ਲੋਕ ਕਰਦੇ ਨੇ, ਉੱਥੇ ਮੋਦੀ ਸਰਕਾਰ ਕੀ ਕਰਦੀ ਆ? ਅਗਰ ਉਸ ਸਟੇਟ ਦੇ ਵਿੱਚ ਕੋਈ ਅਣਸੁਖਾਵੀ ਘਟਨਾ ਹੁੰਦੀ ਜਿੱਥੇ ਭਾਜਪਾ ਹੈ ਨਹੀਂ, ਤਾਂ ਉੱਥੇ ਕਾਂਗਰਸ ਦਾ ਨਾਮ ਮੰਨਿਆ ਜਾਂਦਾ, ਤੇ ਜਿੱਥੇ ਭਾਜਪਾ ਹੁੰਦੀ ਹੈ ਉੱਥੇ ਇਹੋ ਜਿਹੀ ਘਟਨਾ ਹੋ ਜੇ ਤਾਂ ਉੱਥੇ ਭਾਜਪਾ ਆਪਦਾ ਨਾਮ ਕਿਉਂ ਨਹੀਂ ਸਵੀਕਾਰ ਕਰਦੀ ਕਿ ਹਾਂ ਇਹ ਸਾਡੀ ਗਲਤੀ ਆ? ਉੱਥੇ ਵੀ ਸਵੀਕਾਰ ਕਰ ਲੈਣਾ ਚਾਹੀਦਾ। ਸੋ ਅਗਰ ਭਾਜਪਾ ਸਰਕਾਰ ਜਾਂ ਭਾਜਪਾ ਪਾਰਟੀ ਇਹ ਸਵੀਕਾਰ ਨਹੀਂ ਕਰਦੀ ਕਿ ਸਾਡੀਆਂ ਗਲਤੀਆਂ ਹੈਗੀਆਂ ਨੇ, ਉਨੀ ਤੀਕਰ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਦੇਸ਼ ਹੋਵੇ, ਚਾਹੇ ਕੋਈ ਵੀ ਸੂਬਾ ਹੋਵੇ, ਚਾਹੇ ਇੰਡੀਵਿਜੂਅਲੀ ਗੱਲ ਕਰ ਲਈ, ਕਿ ਉਹ ਬੰਦਾ ਗਰੋ ਕਰ ਸਕਦਾ ਹੈ। ਸਵੀਕਾਰ ਕਰਨਾ ਚਾਹੀਦਾ। ਸਵੀਕਾਰ ਕਰੋਗੇ ਤਾਂ ਹੀ ਲੋਕਤੰਤਰ ਸਹੀ ਤਰੀਕੇ ਨਾਲ ਚੱਲੇਗਾ, ਕਿ ਓਪੋਜੀਸ਼ਨ ਇਸੇ ਕਰਕੇ ਹੁੰਦੀ ਹੈ, ਉਹ ਗਲਤੀਆਂ ਨੂੰ ਸਰਕਾਰ, ਸੱਤਾ ਵਿੱਚ ਬੈਠੀ ਸਰਕਾਰ ਦੀ ਗਲਤੀਆਂ ਨੂੰ ਚੁੱਕਦੀ ਹੈ, ਤੇ ਅਗਰ ਉਹ ਗਲਤੀਆਂ ਵਾਜਬ ਨੇ ਤੇ ਉਹਨਾਂ ਨੂੰ ਸਵੀਕਾਰ ਕਰਨਾ ਲਾਜ਼ਮੀ ਹੁੰਦਾ। ਸੋ ਇੰਨੀਆਂ ਗੱਲਾਂ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ। ਸਤਿ ਸ਼੍ਰੀ ਅਕਾਲ। रोड शो में नंदीग्राम की जनता ने दिखाया है, इससे सुनिश्चित है कि बहुत बड़े मार्जिन के साथ नंदीग्राम की सीट पर भारतीय जनता पार्टी के प्रत्याशी शुभेंदु अधिकारी जीतने जा रहे हैं। नंदीग्राम की जनता से जो अलग जलग बात, मंदिर, एक खीरा काटने वाली माई की दुकान पर और कुछ कार्यकर्ताओं से हुई, सबका एक मूड है कि परिवर्तन तो पूरे बंगाल में करना है, मगर पूरे बंगाल में परिवर्तन करने का एक सरल रास्ता है, नंदीग्राम में ममता दीदी को हरा दो। नंदीग्राम में ममता दीदी को हराने से पूरे बंगाल में परिवर्तन अपने आप हो जाएगा। और ये जो माहौल है पूरे बंगाल का, नंदीग्राम जी उससे अछूता नहीं है। और आज मैं जब यहां आया तब एक दुखद समाचार भी मिला, जहां ममता दीदी रात को निवास करती है उससे 1 किलोमीटर के दायरे के 5 किलोमीटर के दायरे के अंदर ही एक महिला पर बलात्कार हुआ। अब महिला सुरक्षा की बात करने वाली ममता दीदी को मैं सिर्फ इतना पूछना चाहता हूं कि बलात्कार करने वाले आपके निवास से 5 किलोमीटर दूर आपकी उपस्थिति में, जब आप नंदीग्राम में हो तब बलात्कार करते हैं, तो बंगाल में महिलाओं की सुरक्षा का क्या होगा?